ਸਤਿ ਸ਼੍ਰੀ ਅਕਾਲ। ਅੱਜ ਆਪਾਂ ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ ਜੀ ਦੀ ਲਿਖਤ ਨਾਰੀ ਦੀ ਮਹਾਨਤਾ ਦੀ ਗੱਲ ਕਰਾਂਗੇ। ਚਲੋ ਦੇਖਦੇ ਹਾਂ ਕਿ ਇਸ ਵਿੱਚ ਕਿਹੜੇ ਡੂੰਘੇ ਵਿਚਾਰ ਛੁਪੇ ਹੋਏ ਨੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਇਸ ਲਿਖਤ ਦਾ ਜੋ ਮੁੱਢਲਾ ਵਿਚਾਰ ਹੈ ਉਹ ਇਹ ਹੈ ਕਿ ਨਾਰੀ ਹੀ ਮਨੁੱਖਤਾ ਦੀ ਸਿਰਜਣਹਾਰ ਹੈ, ਯਾਨੀ ਕਿ ਉਸ ਨੂੰ ਆਪਣੀ ਇਸ ਅਸਲ ਤਾਕਤ ਦੀ ਮਹੱਤਤਾ ਨੂੰ ਸਮਝਣਾ ਹੀ ਪਵੇਗਾ। ਅੱਛਾ, ਇਸ ਨਜ਼ਰੀਏ ਦੀਆਂ ਜੜ੍ਹਾਂ ਨੂੰ ਸਮਝਣ ਲਈ ਸਾਨੂੰ ਥੋੜਾ ਪਿੱਛੇ ਇਤਿਹਾਸ ਵੱਲ ਝਾਤ ਮਾਰਨੀ ਪੈਣੀ ਹੈ। ਆਓ ਸ਼ੁਰੂਆਤ ਕਰਦੇ ਹਾਂ ਪ੍ਰਾਚੀਨ ਗ੍ਰੰਥਾਂ ਦੀ ਇੱਕ ਬਹੁਤ ਹੀ ਮਸ਼ਹੂਰ ਕਹਾਣੀ ਤੋਂ, ਜੋ ਨਾਰੀ ਦੇ ਇੱਕ ਸਤਿਕਾਰਤ ਆਦਰਸ਼ ਨੂੰ ਸਾਡੇ ਸਾਹਮਣੇ ਰੱਖਦੀ ਹੈ। ਇਹ ਕਹਾਣੀ ਸ਼ੁਰੂ ਹੁੰਦੀ ਹੈ ਇੱਕ ਬਹੁਤ ਹੀ ਦਿਲਚਸਪ ਸਵਾਲ ਤੋਂ। ਭਗਵਾਨ ਕ੍ਰਿਸ਼ਨ ਦੀ ਪਤਨੀ ਸਤਿਆਭਾਮਾ ਪਾਂਡਵਾਂ ਦੀ ਪਤਨੀ ਦ੍ਰੌਪਦੀ ਨੂੰ ਪੁੱਛਦੀ ਹੈ ਕਿ ਤੁਸੀਂ ਅਜਿਹਾ ਕੀ ਕਰਦੇ ਹੋ ਕਿ ਤੁਹਾਡੇ ਪਤੀ ਤੁਹਾਡਾ ਇੰਨਾ ਆਦਰ-ਮਾਣ ਕਰਦੇ ਨੇ। ਸੱਚੀ, ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਸਾਨੂੰ ਬਹੁਤ ਕੁਝ ਸਿਖਾ ਸਕਦਾ ਹੈ। ਅਤੇ ਦੇਖੋ, ਦ੍ਰੌਪਦੀ ਦਾ ਜਵਾਬ ਕੋਈ ਮਾਮੂਲੀ ਜਵਾਬ ਨਹੀਂ ਸੀ। ਇਹ ਤਾਂ ਇੱਕ ਪੂਰੀ ਜੀਵਨ ਜਾਚ ਸੀ, ਇੱਕ ਪੂਰਾ ਫਲਸਫਾ ਸੀ। ਚਲੋ, ਇਸ ਦੇ ਮੁੱਖ ਸਿਧਾਂਤਾਂ ਨੂੰ ਇੱਕ-ਇੱਕ ਕਰਕੇ ਸਮਝਦੇ ਹਾਂ। ਦ੍ਰੌਪਦੀ ਦੀ ਸਿਆਣਪ ਦਾ ਕੇਂਦਰ ਸੀ ਸਵੈ-ਕੰਟਰੋਲ ਅਤੇ ਸ਼ਰਧਾ। ਉਨ੍ਹਾਂ ਨੇ ਸਮਝਾਇਆ ਕਿ ਸਤਿਕਾਰ ਪਾਉਣ ਲਈ ਸਭ ਤੋਂ ਪਹਿਲਾਂ ਆਪਣੇ ਹੰਕਾਰ ਅਤੇ ਆਪਣੀਆਂ ਇੱਛਾਵਾਂ ਤੇ ਕਾਬੂ ਪਾਉਣਾ ਪੈਂਦਾ ਹੈ। ਨਾਲ ਹੀ ਕਦੇ ਵੀ ਕਿਸੇ ਨੂੰ ਮਾੜਾ ਨਾ ਬੋਲਣਾ ਅਤੇ ਹਮੇਸ਼ਾ ਸੱਚ ਦੇ ਰਾਹ ਤੇ ਚੱਲਣਾ, ਇਹ ਉਨ੍ਹਾਂ ਦੀ ਸੋਚ ਦਾ ਇੱਕ ਬਹੁਤ ਵੱਡਾ ਹਿੱਸਾ ਸੀ। ਤੇ ਇਹ ਸਿਆਣਪ ਸਿਰਫ ਆਪਣੇ ਆਪ ਤੱਕ ਹੀ ਸੀਮਤ ਨਹੀਂ ਸੀ, ਸਗੋਂ ਪੂਰੇ ਘਰ ਦੇ ਪ੍ਰਬੰਧ ਤੱਕ ਜਾਂਦੀ ਸੀ। ਸਾਫ਼-ਸਫਾਈ, ਸਮੇਂ ਸਿਰ ਰੋਟੀ-ਪਾਣੀ ਤੇ ਆਲਸ ਤੋਂ ਦੂਰ ਰਹਿਣਾ, ਇਹ ਸਾਰੇ ਅਸੂਲ ਇਸੇ ਦਾ ਹਿੱਸਾ ਸਨ। ਹੁਣ ਦੇਖੋ, ਇਹ ਸਾਰੀ ਸੋਚ ਦਾ ਕੇਂਦਰ ਬਿੰਦੂ ਕੀ ਸੀ? ਉਹ ਇਹ ਸੀ ਕਿ ਪਤਨੀ ਦਾ ਹਰ ਕੰਮ ਪਤੀ ਦੀ ਖੁਸ਼ੀ ਅਤੇ ਭਲਾਈ ਲਈ ਹੋਣਾ ਚਾਹੀਦਾ ਹੈ। ਇਸ ਵਿਚਾਰਧਾਰਾ ਮੁਤਾਬਿਕ ਪਤੀ ਦਾ ਦਰਜਾ ਬਹੁਤ ਉੱਚਾ ਮੰਨਿਆ ਗਿਆ ਸੀ ਅਤੇ ਇਹੀ ਭਾਵਨਾ ਉਹਨਾਂ ਦੇ ਸਾਰੇ ਕੰਮਾਂ ਦੇ ਪਿੱਛੇ ਸੀ। ਅਤੇ ਹਾਂ, ਦ੍ਰੌਪਦੀ ਇਸ ਵਿਰਾਸਤ ਵਿੱਚ ਇਕੱਲੀ ਨਹੀਂ ਹੈ। ਜੇ ਆਪਾਂ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਭਾਰਤ ਦੇ ਇਤਿਹਾਸ ਵਿੱਚ ਅਜਿਹੀਆਂ ਮਹਾਨ ਔਰਤਾਂ ਦੀ ਇੱਕ ਲੰਬੀ ਲੜੀ ਹੈ ਜਿਨ੍ਹਾਂ ਨੇ ਮਿਸਾਲਾਂ ਕਾਇਮ ਕੀਤੀਆਂ, ਜਿਵੇਂ ਕਿ ਵਿਦਵਾਨ ਗਾਰਗੀ, ਭਗਤ ਮੀਰਾ, ਆਦਰਸ਼ ਪਤਨੀ ਸੀਤਾ ਅਤੇ ਬਹਾਦਰ ਰਾਣੀ ਲਕਸ਼ਮੀਬਾਈ। ਪਰ ਸਵਾਲ ਇਹ ਉੱਠਦਾ ਹੈ ਕਿ ਇਹ ਸਾਰੇ ਪੁਰਾਣੇ ਆਦਰਸ਼ ਅੱਜ ਦੇ ਜ਼ਮਾਨੇ ਵਿੱਚ ਕਿੰਨੇ ਕੁ ਸਾਰਥਕ ਨੇ? ਲੇਖਕ ਇਸ ਇਤਿਹਾਸਿਕ ਨਜ਼ਰੀਏ ਨੂੰ ਅੱਜ ਦੇ ਸਮਾਜਿਕ ਸੁਧਾਰਾਂ ਦੀ ਲੋੜ ਨਾਲ ਜੋੜਦੇ ਨੇ, ਖਾਸ ਕਰਕੇ ਔਰਤਾਂ ਦੇ ਵਿਕਾਸ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਹਟਾਉਣ ਲਈ। ਇਸੇ ਗੱਲ ਤੇ ਲੇਖਕ ਇੱਕ ਬਹੁਤ ਵੱਡੇ ਫਰਕ ਵੱਲ ਧਿਆਨ ਦਿਵਾਉਂਦੇ ਨੇ। ਇੱਕ ਪਾਸੇ ਤਾਂ ਆਦਰਸ਼ ਇਹ ਹੈ ਕਿ ਧੀ ਦੇ ਆਉਣ ਨਾਲ ਘਰ ਰੌਸ਼ਨ ਹੋ ਜਾਣਾ ਚਾਹੀਦਾ ਹੈ, ਪਰ ਦੂਜੇ ਪਾਸੇ ਅਸਲੀਅਤ ਇਹ ਹੈ ਕਿ ਦਾਜ ਵਰਗੀਆਂ ਪ੍ਰਥਾਵਾਂ ਕਰਕੇ ਧੀ ਦਾ ਜਨਮ ਇੱਕ ਬੋਝ ਲੱਗਣ ਲੱਗ ਪੈਂਦਾ ਹੈ। ਇਸ ਪ੍ਰਥਾ ਨੂੰ ਸਮਾਜ ਲਈ ਇੱਕ ਸਰਾਪ ਵਾਂਗ ਦੱਸਿਆ ਗਿਆ ਹੈ। ਇਹ ਸਮਾਜ ਵਿੱਚ ਔਰਤਾਂ ਦੇ ਅਸਲ ਮੁੱਲ ਅਤੇ ਸਨਮਾਨ ਨੂੰ ਸਮਝਣ ਵਿੱਚ ਇੱਕ ਬਹੁਤ ਵੱਡੀ ਰੁਕਾਵਟ ਹੈ। ਤਾਂ ਫਿਰ ਇਸ ਫਰਕ ਨੂੰ ਕਿਵੇਂ ਮਿਟਾਇਆ ਜਾਵੇ? ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀ ਹੈ? ਲੇਖਕ ਦੇ ਮੁਤਾਬਿਕ ਇਸ ਦੀ ਚਾਬੀ ਸਿਰਫ ਇੱਕ ਹੈ, ਸਿੱਖਿਆ, ਯਾਨੀ ਕਿ ਐਜੂਕੇਸ਼ਨ ਦੀ ਬਦਲਾਅ ਲਾਉਣ ਵਾਲੀ ਤਾਕਤ। ਪਰ ਇੱਥੇ ਸਿੱਖਿਆ ਦਾ ਮਤਲਬ ਸਿਰਫ ਕਿਤਾਬਾਂ ਪੜ੍ਹਨਾ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਸਿੱਖਿਆ ਦੀ ਗੱਲ ਹੈ ਜੋ ਸੋਚਣ-ਸਮਝਣ ਦੀ ਸ਼ਕਤੀ ਦੇਵੇ ਤਾਂ ਕਿ ਇੱਕ ਔਰਤ ਖੁਦ ਸਹੀ ਅਤੇ ਗਲਤ ਵਿੱਚ ਫਰਕ ਕਰ ਸਕੇ। ਇਸ ਲਿਖਤ ਵਿੱਚ ਇੱਕ ਖਾਸ ਤਰ੍ਹਾਂ ਦੀ ਸੰਪੂਰਨ ਸਿੱਖਿਆ ਦੀ ਗੱਲ ਕੀਤੀ ਗਈ ਹੈ, ਜਿਸ ਵਿੱਚ ਧਾਰਮਿਕ ਗ੍ਰੰਥਾਂ ਤੋਂ ਲੈ ਕੇ ਸਿਹਤ ਅਤੇ ਘਰੇਲੂ ਵਿਗਿਆਨ ਤੱਕ ਦਾ ਗਿਆਨ ਸ਼ਾਮਿਲ ਹੋਵੇ। ਇਸੇ ਸੁਧਾਰ ਦੀ ਲੜੀ ਵਿੱਚ ਵਿਧਵਾਵਾਂ ਬਾਰੇ ਵੀ ਇੱਕ ਬਹੁਤ ਹਮਦਰਦੀ ਵਾਲਾ ਨਜ਼ਰੀਆ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੂੰ ਸਤਿਕਾਰ ਦੇ ਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਇੱਕ ਕੀਮਤੀ ਯੋਗਦਾਨ ਪਾਉਣ ਦੇ ਕਾਬਿਲ ਬਣਾਇਆ ਜਾ ਸਕਦਾ ਹੈ। ਇਹ ਸਾਰੀਆਂ ਗੱਲਾਂ ਸਾਨੂੰ ਇੱਕ ਬੁਨਿਆਦੀ ਸੱਚ ਵੱਲ ਲੈ ਕੇ ਆਉਂਦੀਆਂ ਨੇ, ਜੋ ਕਿ ਇਸ ਲਿਖਤ ਦਾ ਸਾਰ ਹੈ। ਔਰਤਾਂ ਸਿਰਫ ਸਮਾਜ ਦਾ ਇੱਕ ਹਿੱਸਾ ਨਹੀਂ, ਬਲਕਿ ਉਸ ਦੀ ਨੀਂਹ ਹਨ। ਉਨ੍ਹਾਂ ਦੀ ਤਰੱਕੀ ਵਿੱਚ ਹੀ ਸਾਰੇ ਸਮਾਜ ਦੀ ਤਰੱਕੀ ਹੈ। ਇਸ ਸੋਚ ਨੂੰ ਅਰਧਾਂਗਿਨੀ ਸ਼ਬਦ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਇਸ ਦਾ ਮਤਲਬ ਹੈ ਅੱਧਾ ਅੰਗ, ਯਾਨੀ ਕਿ ਪਤੀ ਅਤੇ ਪਤਨੀ ਇੱਕ ਦੂਜੇ ਤੋਂ ਬਿਨਾਂ ਅਧੂਰੇ ਨੇ, ਇੱਕ ਸਰੀਰ ਦੇ ਦੋ ਬਰਾਬਰ ਹਿੱਸੇ। ਇਸ ਨੂੰ ਸਮਝਾਉਣ ਲਈ ਇੱਕ ਬਹੁਤ ਹੀ ਵਧੀਆ ਮਿਸਾਲ ਦਿੱਤੀ ਗਈ ਹੈ, ਇੱਕ ਰੱਥ ਦੀ ਮਿਸਾਲ। ਜਿਵੇਂ ਇੱਕ ਰੱਥ ਦਾ ਇੱਕ ਪਹੀਆ ਵੱਡਾ ਤੇ ਇੱਕ ਛੋਟਾ ਹੋਵੇ ਤਾਂ ਉਹ ਠੀਕ ਤਰ੍ਹਾਂ ਨਹੀਂ ਚੱਲ ਸਕਦਾ, ਉਸੇ ਤਰ੍ਹਾਂ ਸਮਾਜ ਵੀ ਅੱਗੇ ਨਹੀਂ ਵਧ ਸਕਦਾ। ਤੇ ਇਸ ਦਾ ਨਤੀਜਾ ਬਿਲਕੁਲ ਸਾਫ਼ ਹੈ। ਜਿਹੜਾ ਸਮਾਜ ਆਪਣੀ ਅੱਧੀ ਆਬਾਦੀ ਯਾਨੀ ਔਰਤਾਂ ਨੂੰ ਪਿੱਛੇ ਛੱਡ ਦੇਵੇ, ਉਹ ਕਦੇ ਵੀ ਆਪਣੀ ਪੂਰੀ ਰਫ਼ਤਾਰ ਨਾਲ ਅੱਗੇ ਨਹੀਂ ਵਧ ਸਕਦਾ। ਇਹ ਤਾਂ ਆਪਣੀ ਅੱਧੀ ਤਾਕਤ ਨਾਲ ਦੌੜਨ ਦੀ ਕੋਸ਼ਿਸ਼ ਕਰਨ ਵਰਗਾ ਹੈ। ਤਾਂ ਗੱਲ ਬਿਲਕੁਲ ਸਾਫ਼ ਹੈ,
ਤਰੱਕੀ ਦੀ ਗੱਡੀ ਨੂੰ ਸਹੀ ਢੰਗ ਨਾਲ ਚਲਾਉਣ ਲਈ ਦੋਵੇਂ ਪਹੀਏ ਮਰਦ ਅਤੇ ਔਰਤ ਬਰਾਬਰ ਅਤੇ ਮਜ਼ਬੂਤ ਹੋਣੇ ਬਹੁਤ ਜ਼ਰੂਰੀ ਹਨ। ਅਤੇ ਆਖਿਰ ਵਿੱਚ ਸਭ ਤੋਂ ਜ਼ਰੂਰੀ ਗੱਲ, ਪੂਰੀ ਮਨੁੱਖਤਾ ਦਾ ਭਵਿੱਖ ਇਸੇ ਗੱਲ ਤੇ ਨਿਰਭਰ ਕਰਦਾ ਹੈ, ਕਿਉਂਕਿ ਔਰਤ ਹੀ ਆਉਣ ਵਾਲੀ ਪੀੜ੍ਹੀ ਦੀ ਪਹਿਲੀ ਗੁਰੂ ਹੁੰਦੀ ਹੈ। ਇੱਕ ਅਵਿਕਸਿਤ ਔਰਤ ਯਾਨੀ ਕਿ ਜੋ ਅਨਪੜ੍ਹ, ਕਮਜ਼ੋਰ ਜਾਂ ਬਿਮਾਰ ਹੋਵੇ, ਉਹ ਇੱਕ ਵਿਕਸਿਤ ਯਾਨੀ ਕਿ ਸਿਹਤਮੰਦ, ਸਿਆਣੀ ਅਤੇ ਚੰਗੇ ਚਰਿੱਤਰ ਵਾਲੀ ਪੀੜ੍ਹੀ ਨੂੰ ਜਨਮ ਨਹੀਂ ਦੇ ਸਕਦੀ। ਤਾਂ ਇਹ ਸਾਰੀ ਗੱਲਬਾਤ ਸਾਨੂੰ ਇੱਕ ਵੱਡੇ ਸਵਾਲ ਤੇ ਲੈ ਕੇ ਛੱਡਦੀ ਹੈ। ਜੇਕਰ ਸਮਾਜ ਸੱਚਮੁੱਚ ਇੱਕ ਦੋ ਪਹੀਆਂ ਵਾਲਾ ਰੱਥ ਹੈ, ਤਾਂ ਸੋਚੋ ਕਿ ਇਹ ਕਿੰਨੀ ਤੇਜ਼ੀ ਅਤੇ ਕਿੰਨੀ ਦੂਰ ਤੱਕ ਜਾ ਸਕਦਾ ਹੈ ਜੇਕਰ ਦੋਵਾਂ ਪਹੀਆਂ ਨੂੰ ਆਪਣੀ ਪੂਰੀ ਤਾਕਤ ਅਤੇ ਆਜ਼ਾਦੀ ਨਾਲ ਘੁੰਮਣ ਦਾ ਮੌਕਾ ਦਿੱਤਾ ਜਾਵੇ।